ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾ। ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਮਨ ਇਛੇ ਸੇਈ ਫਲ ਪਾਏ, ਕਰਤੈ ਆਪ ਵਸਾਇਆ ਰਾਮ। ਕਰਤੈ ਆਪ ਵਸਾਇਆ ਸਰਬ ਸੁਖ ਪਾਇਆ। ਪੁੱਤ ਪਾਈ ਸਿੱਖ ਬਿਗਾਸੇ, ਗੁਣ ਗਾਵੈ ਪੂਰਨ ਪਰਮੇਸ਼ਰ। ਕਾਰਜ ਆਇਆ ਰਾਸੇ, ਪ੍ਰਭ ਆਪ ਸੁਆਮੀ ਆਪੇ ਰਖਾ। ਆਪ ਪਿਤਾ ਆਪ ਮਾਇਆ, ਕਹੋ ਨਾਨਕ ਸਤਿਗੁਰ ਬਲਿਹਾਰੀ। ਜਿਨ ਇਹ ਥਾਨ ਸੁਹਾਇਆ, ਘਰ ਮੰਦਰ ਹਟ ਨਾਲੇ ਸੋਹੇ। ਜਿਸ ਵਿੱਚ ਨਾਮ ਨਿਵਾਸੀ ਰਾਮ, ਸੰਤ ਭਗਤ ਹਰ ਨਾਮ ਆਰਾਧੈ। ਕਟਿਐ ਜਮ ਕੀ ਫਾਂਸੀ ਰਾਮ, ਕਾਟੀ ਜਮ ਫਾਂਸੀ ਪ੍ਰਭ ਅਬਿਨਾਸ਼ੀ। ਹਰ ਹਰ ਨਾਮ ਧਿਆਏ, ਸਗਲ ਸਮਗਰੀ ਪੂਰਨ ਹੋਈ। ਮਨ ਇੱਛੇ ਫਲ ਪਾਏ। ਸੰਤ ਸਜਨ ਸੁਖ ਮਾਣੈ ਰਲੀਆਂ, ਦੁਖ ਦਰਦ ਭ੍ਰਮ ਨਾਸੀ। ਸ਼ਬਦ ਸਵਾਰੇ ਸਤਿਗੁਰ ਪੂਰੈ, ਨਾਨਕ ਸਦ ਬਲ ਜਾਸੀ। ਸ਼ਬਦ ਸਵਾਰੇ ਸਤਿਗੁਰ ਪੂਰੈ, ਨਾਨਕ ਸਦ ਬਲ ਜਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਮਿਹਰਾਮਤ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਦੇ ਸਮੇਂ ਨੂੰ ਪ੍ਰਾਪਤ ਕਰ ਰਹੇ ਹਾਂ। ਅਜੇ ਹੁਣੇ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੇ ਸੀ। ਹੁਣ ਸਮਾਂ ਬਣਿਆ ਗੁਰ ਸ਼ਬਦ ਵਿਆਖਿਆ ਦਾ, ਜਿਸ ਵਿੱਚ ਸੂਹੀ ਰਾਗ ਦੇ ਬਚਨ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਸੰਦੇਸ਼ ਸਾਨੂੰ ਪ੍ਰਾਪਤ ਹੈ। ਛੰਤਾਂ ਦੇ ਰੂਪ ਵਿੱਚ ਇਹ ਪਾਵਨ
ਗੁਰ ਸੰਦੇਸ਼ ਮੁਸਲਸਲ ਸਾਨੂੰ ਮਿਲ ਰਿਹਾ ਹੈ। ਆਪ ਜੀ ਨੇ ਅਗਲੇਰੇ ਛੰਤ ਵਿੱਚੋਂ 2 ਪਦਿਆਂ ਦਾ ਪਾਠ ਸਰਵਨ ਕੀਤਾ ਹੈ। ਇਸ ਪਾਵਨ ਸ਼ਬਦ ਦੇ ਪਹਿਲੇ ਬੰਦ ਤੋਂ ਅਸੀਂ ਵਿਚਾਰ ਦਾ ਆਗਾਜ਼ ਕਰ ਰਹੇ ਹਾਂ। ਗੁਰੂ ਅਰਜਨ ਸਾਹਿਬ ਜ਼ਿਕਰ ਕਰ ਰਹੇ ਨੇ, ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛੇ ਸੇ ਹੀ ਫਲ ਪਾਏ, ਕਰਤਾ ਆਪ ਵਸਾਇਆ ਰਾਮ। ਅਬਚਲ ਨਗਰ ਗੋਬਿੰਦ ਗੁਰੂ ਕਾ, ਆਪ ਗੁਰਬਾਣੀ ਦੀ ਵੋਕੈਬਲਰੀ ਨੂੰ ਜੇ ਸਮਝੋਗੇ, ਉਹਦੇ ਨਾਲ ਆਪਣੇ ਆਪ ਜੋ ਹੈਗਾ ਜਿਤਨੀ ਸੋਝੀ ਵਧਾਓਗੇ, ਗੁਰਬਾਣੀ ਦਾ ਜਿਹੜਾ ਆਸੀਸ ਬਖਸ਼ੀਸ਼ ਵਾਲਾ ਸੰਕਲਪ ਹੈ, ਭਾਵ ਜੋ ਗੁਰਬਾਣੀ ਦੀ ਅਸਲ ਨਵਾਜ਼ਿਸ਼ ਹੈ, ਉਹ ਸਾਡੀ ਸੁਰਤ 'ਚ ਵਾਪਰੇਗੀ। ਜਿਵੇਂ ਇੱਥੇ ਸ਼ਬਦ ਆ ਰਿਹਾ ਹੁਣ, ਅਬਚਲ ਨਗਰ ਗੋਬਿੰਦ ਗੁਰੂ ਕਾ, ਜੋ ਸਾਡਾ ਗੁਰਸਥਾਨ ਹੈ ਨਾਂਦੇੜ ਵਿਖੇ, ਜਿੱਥੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਵਨ ਦੇ ਆਖਰੀ ਪੜਾਅ ਦੇ ਵਿੱਚ ਜੋਤੀ ਜੋਤ ਸਮਾਉਣ ਤੱਕ ਰਹੇ, ਜਿੱਥੋਂ ਹੀ ਉਸ ਬੰਦੇ ਬੈਰਾਗੀ ਨੂੰ ਬੰਦਾ ਸਿੰਘ ਬਣਾ ਕੇ ਪੰਜਾਬ ਭੇਜਿਆ। ਉਸ ਸਾਰਾ ਚੈਪਟਰ ਸੇ ਹਿਸਟਰੀ 'ਚ ਪੜ੍ਹਦੇ ਹਾਂ, ਜਿਸ ਜਗ੍ਹਾ 'ਤੇ ਗੁਰੂ ਸਾਹਿਬ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਸ ਦੀ ਆਵਾਜ਼, ਇਸ ਦਾ ਹੁਕਮ, ਇਸ ਦੀ ਸ਼ੁਰੂਆਤ, ਇਸ ਦੀ ਬਿਗਨਿੰਗ, ਇਸ ਨਵੇਂ ਐਰਾ ਨੂੰ ਗੁਰੂ ਮਹਾਰਾਜ ਨੇ ਜਿੱਥੇ ਸਥਾਪਿਤ ਕੀਤਾ, ਉਹ ਜਗ੍ਹਾ ਜਿਸ ਨੂੰ ਅੱਜ ਅਸੀਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਰੂਪ ਵਿੱਚ ਯਾਦ ਕਰਦੇ ਹਾਂ, ਉਸ ਪਾਵਨ ਗੁਰਸਥਾਨ ਨੂੰ ਵੀ ਅਬਚਲ ਨਗਰ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਜਿਵੇਂ ਦਰਬਾਰ ਸਾਹਿਬ ਦੀ ਇਮਾਰਤ ਨੂੰ ਸਤਿਕਾਰ ਦੇ ਵਜੋਂ ਅਸੀਂ ਹਰਿਮੰਦਰ ਸਾਹਿਬ ਕਹਿੰਦੇ ਹਾਂ, ਐਕਚੁਅਲੀ ਤੇ ਜਿਹੜਾ ਤਵਾਰੀਖੀ ਨਾਮ ਆ ਉਹ ਦਰਬਾਰ ਸਾਹਿਬ ਹੈ, ਕਿਉਂਕਿ ਦਰਬਾਰ ਹੈ ਤੇ ਬਾਹਰ ਤਖਤ ਹੈ। ਇਹ 2 ਸਿਗਨੀਫਿਕੇਸ਼ਨ ਉੱਥੇ ਬਣਦੀਆਂ ਨੇ ਉਸ ਰੂਪ ਦੇ ਵਿੱਚ। ਪਰ ਹਾਂ, ਜਿਵੇਂ ਜਿਵੇਂ ਭਾਵ, ਅਕੀਦਤ, ਸ਼ਰਧਾ ਉਹ ਆਪਣੇ ਉਸ ਅੱਗੇ ਅੱਗੇ ਵੱਧਦੀ ਹੈ, ਉਹਦੇ 'ਚ ਜਿਹੜੇ ਲਕਬ ਨੇ, ਐਡਜੈਕਟਿਵਸ ਨੇ, ਉਹਨਾਂ 'ਚ ਇਜ਼ਾਫਾ ਹੁੰਦਾ, ਜੁੜਾ ਹੁੰਦਾ ਹੈ। ਇੱਥੇ ਜੋ ਬਚਨ ਆ ਰਿਹਾ, ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ, ਇਟਸ ਅ ਸਟੇਟ ਆਫ ਮਾਈਂਡ। ਇੱਕ ਸਟੇਟ ਆਫ ਮਾਈਂਡ ਕਹਿ ਲਈਏ, ਮਨੋਦਸ਼ਾ ਕਹਿ ਲਈਏ, ਇੱਕ ਆਤਮਕ ਅਵਸਥਾ ਕਹਿ ਲਈਏ। ਕਿਉਂਕਿ ਫਿਰ ਮੈਂ ਬੇਨਤੀ ਕਰਾਂ, ਲਫ਼ਜ਼ ਹੀ ਨੇ, ਅਲਫਾਜ਼ ਹੀ ਨੇ, ਹਰਫ ਹੀ ਨੇ, ਜਿਨ੍ਹਾਂ ਦੇ ਸਦਕਾ, ਜਿਨ੍ਹਾਂ ਦੇ ਨਾਲ, ਜਿਨ੍ਹਾਂ ਦੀ ਹੈਲਪ ਦੇ ਨਾਲ ਅਸੀਂ ਆਪਣੇ ਅੰਦਰ ਦੇ ਭਾਵ ਨੂੰ ਵਿਅਕਤ ਕਰਦੇ ਹਾਂ, ਅਸੀਂ ਅੰਦਰ ਦੇ ਮੈਸੇਜ ਨੂੰ ਕਨਵੇ ਕਰਦੇ ਹਾਂ। ਗੁਰੂ ਬਾਬਾ ਜੀ ਵੀ ਰੂਹਾਨੀ ਤੌਰ 'ਤੇ, ਜਿਵੇਂ ਤੁਸੀਂ ਜਪਜੀ ਸਾਹਿਬ ਹੀ ਪੜ੍ਹਦੇ ਹੋ, ਅੱਖਰੀ ਨਾਮ ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਬਖਾਣ। ਹਾਂ, ਜਿਨੇ ਇਹ ਲਿਖੇ ਤੇ ਸਿਰ ਨਾ ਹੈ, ਜਿਸਨੇ ਸਾਰੇ ਲਿਖੇ, ਸਾਰਾ ਸਿਰਜਿਆ, ਜਿਹਦੇ ਸਦਕਾ ਇਹ ਸਭ ਕਾਸੇ ਦੇ ਪ੍ਰਿੰਟ ਪੈ ਰਹੇ ਨੇ। ਐਕਚੁਅਲੀ ਤੇ ਪ੍ਰਿੰਟ ਹੀ ਨਾ ਸਾਰੇ, ਸਾਰਾ ਹੈ ਜੋ ਅਸੀਂ ਦੇਖਦੇ ਹਾਂ। ਉਸ ਹਸਤੀ, ਉਸ ਕਾਇਨਾਤ ਸਿਰਜਕ ਨੂੰ ਅੱਖਰਾਂ 'ਚ ਪੂਰੀ ਤਰ੍ਹਾਂ ਨਹੀਂ ਬੰਨਿਆ ਜਾ ਸਕਦਾ, ਪਰ ਉਹਦੇ ਬਾਰੇ ਸਮਝ ਸੂਝ ਅੱਖਰਾਂ ਦੇ ਜ਼ਰੀਏ ਆਏਗੀ, ਲਫ਼ਜ਼ਾਂ ਅਲਫਾਜ਼ਾਂ ਦੇ ਜ਼ਰੀਏ ਆਏਗੀ। ਸੋ ਜਿਹੜੇ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਅਬਚਲ ਨਗਰ ਇੱਕ ਸਟੇਟ ਆਫ ਮਾਈਂਡ ਹੈ, ਇੱਕ ਸਪਿਰਿਚੁਅਲ ਕੰਡੀਸ਼ਨ ਆ ਸਾਡੀ ਕੌਨਸ਼ੀਅਸ ਦੀ, ਸਾਡੀ ਅੰਡਰਸਟੈਂਡਿੰਗ ਦੀ, ਉਹਦੀ ਬਾਤ ਹੋ ਰਹੀ ਹੈ। ਫਿਰ ਇਹ ਜਿਹੜਾ ਅਬਚਲ ਨਗਰ ਆ, ਇਹ ਸਾਡੇ ਇਸੇ ਜੀਵਨ ਵਿੱਚ ਵਾਪਰਨਾ ਹੈ। ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਉਸ ਸਟੇਟ ਆਫ ਮਾਈਂਡ ਵਿੱਚ ਬੰਦਾ ਜਿਵੇਂ ਆਪਣੇ ਆਪ ਨੂੰ ਪ੍ਰਵਿਰਤ ਕਰਦਾ ਆ, ਤੇ ਉਹਦੇ ਵਿੱਚੋਂ ਫਿਰ ਇੱਕ ਨਾਮ ਵਾਲੇ ਮਹਾ ਸੁਖ ਵਾਲੀ ਪ੍ਰਾਪਤੀ ਵਾਲੇ ਪਾਸੇ ਵੱਧਦਾ ਆ। ਇਹ ਬਾਤ ਹੋ ਰਹੀ ਹੈ। ਇਸ ਨੂੰ ਥੋੜ੍ਹਾ ਹੋਰ ਸਰਲ ਕਰਨ ਦਾ ਯਤਨ ਕਰਾਂ। ਜਿਵੇਂ ਬੜੇ ਬੁਨਿਆਦੀ ਜੇ ਕਈ ਵਾਰੀ ਅਸੀਂ ਸਵਾਲ ਪੁੱਛਦੇ ਹਾਂ ਕਿ ਸਭ ਕੁਝ ਕਰਨ ਵਾਲਾ ਰੱਬ ਹੀ ਹੈ, ਇਹ ਤਾਂ
जिथे बचन आ रहे ना अगे, मन इच्छे से ही फल पाए करता है आप वसाया आराम। ये अविचल नगर भी करते ने आप ही वसाउणा आ। ਇਹਦੇ ਵਿੱਚੋਂ ਸਾਡੀਆਂ ਮਨ ਇੱਛਾਵਾਂ ਦੀ ਸਾਰੀਆਂ ਦੀ ਪੂਰਤੀ ਹੋਏਗੀ, ਇਹ ਵੀ ਕਰਤਾ ਹੀ ਕਰੇਗਾ। ਲੋਕੀ ਸਵਾਲ ਕਈ ਵਾਰੀ ਪੁੱਛਦੇ, ਅੱਛਾ ਸਭ ਕਰਨ ਕਰਾਉਣ ਵਾਲਾ ਰੱਬ ਹੀ ਹੈ, ਕਰਤਾ ਉਹੀ ਹੈ, ਡੂਅਰ ਉਹੀ ਹੈ? ਹਾਂ ਭਾਈ ਉਹੀ ਹੈ। ਅੱਛਾ ਫਿਰ ਜੋ ਕੁਝ ਵੀ ਵਾਪਰਦਾ ਆ, ਅੱਛਾ ਜੀ ਗਲੋਬਲ ਵਾਰਮਿੰਗ ਵਾਪਰ ਰਹੀ ਹੈ, ਇਹ ਵੀ ਰੱਬ ਕਰ ਰਿਹਾ ਹੈ। ਜੇ ਡਰਾਊਟ ਵਾਪਰ ਰਿਹਾ, ਇਹ ਵੀ ਰੱਬ ਕਰ ਰਿਹਾ ਹੈ। ਜੇ ਫਲੱਡਿੰਗ ਹੋ ਰਹੀ, ਇਹ ਵੀ ਰੱਬ ਕਰ ਰਿਹਾ। ਫਿਰ ਮਤਲਬ ਸਾਰਾ ਕੁਛ ਉਸੇ ਰੂਪ ਵਿੱਚ ਹੋ ਰਿਹਾ। ਭਈ ਇਹ ਹੈ ਕਿ क्योंकि ਜਿਹੜੀ ਇਹ ਸਾਰੀ ਬੜੀ ਰਹੱਸਮਈ ਸਾਰੀ ਚੀਜ਼ ਹੈ, ਸਾਰਾ ਇਹ ਕਾਇਨਾਤ ਦਾ ਜਿਹੜਾ ਸੰਕਲਪ ਆ, ਕੁਦਰਤ ਨੇ ਕੁਛ ਜੀਆ ਜੰਤ ਐਸਾ ਪੈਦਾ ਕੀਤਾ ਹੈ ਜਿਹਦੀ ਇੱਕ ਦੁਨੀਆ ਉਹਨੇ ਸੈੱਟ ਕੀਤੀ ਹੈ, ਅਤੇ ਉਹਦੇ ਵਿੱਚ ਉਹ ਆਪਣਾ ਸਫ਼ਰ ਅਦਾ ਕਰਦਾ, ਤੱਤਾਂ 'ਚ ਵਿਲੀਨ ਹੋਈ ਜਾਂਦੇ ਨੇ। ਮਨੁੱਖ ਆ ਜਿਸ ਨੂੰ ਉਹਨੇ ਬੜਾ ਜਿਹਨੂੰ ਕਿਹਾ ਜਾਏ ਕਿ ਇਹਦੇ 'ਚ ਇੱਕ ਤਰ੍ਹਾਂ ਦਾ ਇਹਨੂੰ ਬੜਾ ਮਤਲਬ ਇਹਦੇ 'ਚ ਕਿਊਰੀਓਸਿਟੀ ਪਾਈ ਹੈ। ਇਹ ਚੀਜ਼ਾਂ ਨੂੰ ਜਾਣਨਾ ਵੀ ਚਾਹੁੰਦਾ ਹੈ, ਉਹਨਾਂ ਦੇ ਹੋਰ ਡੀਪ ਜਾਣਾ ਚਾਹੁੰਦਾ ਹੈ, ਪੁਲਾੜ ਵੇਖਣਾ ਚਾਹੁੰਦਾ ਹੈ, ਸਭ ਇਹਦੇ 'ਤੇ ਇਸ ਤਰ੍ਹਾਂ ਦੀ ਹਾਲਤ ਹੈ ਸਾਰੇ ਦੀ ਸਾਰੀ। ਸੋ ਸਾਰੇ ਦੇ ਵਿੱਚ ਇਹ ਹੈ ਕਿ ਮਨੁੱਖ ਜਦੋਂ ਜਾਣਨ ਦੀ ਇੱਛਾ ਰੱਖਦਾ ਹੈ, ਜਦੋਂ ਸਭ ਕਾਸੇ ਬਾਰੇ ਜਾਣਕਾਰੀ ਚਾਹੁੰਦਾ ਆ, ਇਹ ਸਭ ਵਿੱਚ ਵੀ ਚਲੇ ਜਾਈਏ ਅਤੇ ਜਿਹੜੀ ਕੰਪਲੈਕਸਿਟੀ ਹੈ, ਮਤਲਬ ਸਮੁੱਚੀ ਕਾਇਨਾਤ ਦੀ ਤੇ ਇੱਕ ਪਾਸੇ ਛੱਡੋ, ਤੁਸੀਂ ਸਾਡੀ ਆਪਣੇ ਆਪ ਦੀ ਕੰਪਲੈਕਸਿਟੀ ਦੇਖੀਏ। ਆ ਸਾਡਾ ਸਰੀਰ ਹੀ ਹੈ, ਇਹਦੇ ਵਿੱਚ ਆਟੋ ਇਮਿਊਨ ਸਿਸਟਮ ਚੱਲਦਾ ਹੈ, ਇਹਦੇ ਵਿੱਚ ਆਟੋ ਆਪਰੇਟਿੰਗ ਸਿਸਟਮ ਚੱਲ ਰਿਹਾ ਹੈ। ਮੈਂ ਹੀ ਬੋਲ ਰਿਹਾ ਵਾਂ, ਮੇਰੀ ਕਈ ਲੈਵਲ ਦੀ ਮੈਮਰੀ ਕੰਮ ਕਰ ਰਹੀ ਹੈ ਪਿੱਛੇ, ਮੈਨੂੰ ਖੁਦ ਨੂੰ ਅਹਿਸਾਸ ਕੋਈ ਨਹੀਂ ਗਾ। ਜੇ ਮੈਂ ਬਹੁਤ ਕੌਨਸ਼ੀਅਸ ਹੋ ਕੇ ਆਪਣੇ ਅੰਦਰੋਂ ਵਰਡ, ਅੱਖਰ, ਅਲਫਾਜ਼, ਵਾਕ ਇਹ ਲੱਭ ਕੇ ਲਿਆਵਾਂਗਾ ਨਾ, ਤੇ ਮੈਂ ਕਰ ਸਕਾਂਗਾ। ਜੇ ਕਰਾਂਗਾ ਵੀ ਐਂਡ ਇਟਸ ਗੋਨਾ ਬੀ ਵੈਰੀ ਬੋਰਿੰਗ, ਤੇ ਤੰਗ ਹੋ ਜਾਵਾਂਗਾ ਥੋੜ੍ਹੀ ਦੇਰ 'ਚ। ਇੱਕ ਫਲੋ ਹੈ ਜਿਹੜਾ ਜਨਰੇਟ ਹੋ ਰਿਹਾ ਆਪਣੇ ਆਪ, ਤੁਹਾਡੇ ਅੰਦਰ ਵੀ ਇਸੇ ਤਰ੍ਹਾਂ ਹੀ ਹੈ। ਇਹ ਕਿਸੇ ਚੀਜ਼ ਨੂੰ ਲੈ ਲਵੋ ਤੁਸੀਂ, ਆਪਾਂ ਚਲੋ ਹੋਰ ਚੀਜ਼ ਨੂੰ ਛੱਡੀਏ, ਅੱਜ ਆਟੋ ਇਮਿਊਨ ਡਿਜ਼ੀਜ਼ ਦੇਖੋ ਤੁਸੀਂ। ਮਤਲਬ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਸਾਲਾਨਾ ਬਲੱਡ ਵਰਕਸ ਹੁੰਦੇ ਨੇ, ਜਿੱਥੇ ਇੰਨੀ ਮੈਡੀਕਲ ਫੈਸਿਲਿਟੀ ਹੈ, ਹਰ ਚੀਜ਼ ਆ, ਸਭ ਕੁਝ ਹੁੰਦਿਆਂ ਸੁਣਦਿਆਂ ਪਤਾ ਹੀ ਨਹੀਂ ਲੱਗ ਰਿਹਾ ਅੰਦਰ ਕਿਹੜੀਆਂ ਬਿਮਾਰੀਆਂ ਪਨਪ ਰਹੀਆਂ ਨੇ। ਇੱਕਦਮ ਆਊਟ ਆਫ ਦਾ ਬਲੂ ਹੀ ਪਤਾ ਲੱਗਦਾ ਹੈ ਵੀ ਆਹ ਚੀਜ਼ ਬਣ ਗਈ, ਆਹ ਹੋ ਗਿਆ, ਇਸ ਤਰ੍ਹਾਂ ਹੱਟ ਵੱਧ ਹੋ ਗਈ। ਪਰ ਡਾਕਟਰ ਕਿੱਥੇ ਫੇਲ ਹੋ ਗਿਆ? ਫਿਰ ਡਾਕਟਰ ਫੇਲ ਕਿੱਥੇ ਹੋ ਗਿਆ? ਗੱਲ ਇਹ ਹੈ ਇਹ ਸਿਸਟਮ ਇਤਨਾ ਕੰਪਲੈਕਸ ਆ। ਅੱਜ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਅਸੀਂ। ਕੌਣ ਚਾਹੁੰਦਾ ਆ ਮੇਰੀ ਮੈਂਟਲ ਹੈਲਥ ਖਰਾਬ ਹੋਏ? ਪਰ ਦੇਖੋ ਤੁਸੀਂ ਇੱਥੇ ਕਿੱਡੇ ਵੱਡੇ ਲੈਵਲ 'ਤੇ ਲੋਕੀ ਸਫਰ ਕਰ ਰਹੇ ਨੇ। ਤੇ ਜੇ ਕਿਸੇ ਨੂੰ ਪਤਾ ਲੱਗ ਜੇ ਵੀ ਥੋੜ੍ਹੇ ਬਹੁਤੇ ਸਾਈਨ ਸਿੰਪਟਮਸ ਆਉਣ ਵੀ ਇੱਥੇ ਆ ਖਰਾਬੀ ਹੋ ਰਹੀ ਹੈ, ਬੰਦਾ ਸਾਰਾ ਕੁਝ ਫਿਕਸ ਕਰ ਲੇ, ਫਿਰ ਤੇ ਸਾਰਾ ਕੁਝ ਸਾਡੇ ਕੰਟਰੋਲ 'ਚ ਆ ਜਾਏ। ਕਈ ਵਾਰ ਪਤਾ ਵੀ ਲੱਗ ਰਿਹਾ ਚੀਜ਼ਾਂ ਸਾਹਮਣੇ ਵਾਪਰ ਰਹੀਆਂ ਨੇ, ਪਰ ਬੰਦੇ ਕੋਲ ਕੰਟਰੋਲ ਕੋਈ ਨਹੀਂ ਗਾ। ਇਹ ਸਾਰਾ ਕੁਝ ਇੱਕ ਰੱਬੀ ਨਿਜ਼ਾਮ ਵਿੱਚ ਹੋ ਰਿਹਾ ਹੈ, ਇੱਕ ਹੁਕਮ ਵਿੱਚ ਹੋ ਰਿਹਾ ਹੈ। ਚਲੋ ਇਹਨੂੰ ਹੋਰ ਸਰਲ ਕਰਨਾ ਬਾਣੀ ਦੇ ਰੂਪ ਦੇ ਵਿੱਚ। ਮੈਂ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਨਹੀਂ ਕਰ ਰਿਹਾ, ਮੇਰੀ ਵੀ ਸਮਝ ਵਿੱਚ ਹੀ ਹੈ, ਮੈਂ ਇਸ ਕਰਕੇ ਬੇਨਤੀ ਕਰਦਾ। ਕਈ ਵਾਰੀ ਆਪਨੇ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਪੜ੍ਹੇ ਹੋਣ, ਕਈ ਵਾਰੀ ਇਹ ਸ਼ਬਦ ਪੜ੍ਹਦੇ ਹਾਂ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਮੀਂਹ ਪਿਆ ਆ ਤੇ ਰੱਬ ਨੇ ਪਾਇਆ ਆ। ਹੁਣ ਅੱਜ ਦਾ ਰੈਸ਼ਨਲਿਸਟ ਥਿੰਕਰ ਇਹ ਕਹੇਗਾ, ਹਾਊ ਕੈਨ ਯੂ ਸੇ ਦੈਟ? ਕੋਈ ਰੱਬ ਐਵੇਂ ਤੇ ਹੈ ਨਹੀਂ ਗਾ ਵੀ ਉਹਦੇ ਹੱਥ 'ਚ ਕੋਈ ਰਿਮੋਟ ਕੰਟਰੋਲ ਆ ਤੇ ਉਹਨੇ ਉੱਥੋਂ ਦੱਬ ਦਿੱਤਾ ਤੇ ਉੱਥੋਂ ਚੱਲ ਪਿਆ ਤੇ ਉਹਨੇ ਆਪਣਾ ਕੋਈ ਜਿਹੜਾ ਹੈ ਉਸ ਤਰੀਕੇ ਨਾਲ ਕੋਈ ਸ਼ਾਵਰ ਔਨ ਕਰਤਾ ਤੇ ਮੀਂਹ ਪੈਣ ਲੱਗ ਗਿਆ। ਇਹ ਸਾਰੀ ਚੀਜ਼ ਹੋ ਗਈ। ਇਹ ਤੇ ਇਸ ਮਦਰ ਨੇਚਰ ਦੇ ਲਾ ਦੇ ਵਿੱਚ ਮੀਂਹ ਪੈਂਦਾ ਸਭ ਕੁਝ ਭਾਈ ਇਸੇ ਤਰੀਕੇ ਨਾਲ ਹੀ ਦੇਖ ਲਵੋ। ਪਰ ਸੱਚਾਈ ਇਹ ਹੈ ਇਹ ਲਾ ਕਿਸੇ ਉਸ ਇਨਵਿਜ਼ੀਬਲ ਫਾਰਮ ਵਿੱਚ ਕੰਮ ਤੇ ਕਰ ਹੀ ਰਿਹਾ ਨਾ। ਇਹੀ ਚੀਜ਼ ਜਿਹੜੀ ਹੈ ਇਹ ਪਰਮੇਸ਼ਵਰੀ ਸਤਾ ਆ, ਜਿਹੜੀ ਸਾਡੇ
ਸਾਨੂੰ ਲੱਗ ਰਿਹਾ ਕਿ ਅਸੀਂ ਸ਼ਾਇਦ ਇਹਦੇ ਬਾਰੇ ਵਾਕਫ ਹੋ ਰਹੇ ਹਾਂ, ਸਾਨੂੰ ਪਤਾ ਆ, ਸਾਨੂੰ ਜਾਣਕਾਰੀ ਹੈ। ਹਾਂ, ਅਸੀਂ ਵੀ ਆਰ ਗੈਟਿੰਗ ਸਮ ਐਕਸਟਰਾ ਇਨਫੋਰਮੇਸ਼ਨ, we are actually getting some sort of education, but at the same time the process, it's happening in a auto operating way। ਇਹ ਹੈ ਮੀਂਹ ਪਿਆ ਪਰਮੇਸ਼ਰ। ਹੋਰ ਤੁਸੀਂ ਹੋਰ ਸ਼ਬਦ ਆ ਜਾਓ। ਆਪਨੇ ਜੇ ਗੁਰੂ ਗ੍ਰੰਥ ਸਾਹਿਬ 'ਚ ਕਦੀ ਇਹ ਸ਼ਬਦ ਪੜ੍ਹਿਆ ਹੋਏ, ਬੰਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂਦਰ ਸੁਣੀ ਪੁਕਾਰ, ਮੇਘ ਨੂੰ ਫਰਮਾਨ ਹੋਇਆ, ਵਰਸੋ ਕਿਰਪਾ ਧਾਰ। ਜਿਹੜਾ ਸ਼ਬਦ ਪੜ੍ਹਦੇ ਹਾਂ ਅਸੀਂ, ਹੁਣ ਉਹਦੇ 'ਚ ਇੱਕ ਬਿੰਬ ਸਿਰਜਿਆ ਹੈ, ਮੈਟਾਫੋਰ। ਉਹ ਇਹ ਹੈ ਕਿ ਬੰਬੀਹਾ ਅੰਮ੍ਰਿਤ ਵੇਲੇ ਬੋਲਿਆ, ਕਹਿੰਦੇ ਮੀਂਹ ਪੈ ਰਿਹਾ ਹੈ। ਮੀਂਹ ਕਾਹਦੇ ਲਈ ਪੈ ਰਿਹਾ ਹੈ? ਕਿਸਾਨ ਕਹੇਗਾ ਮੇਰੇ ਖੇਤਾਂ ਲਈ ਪੈ ਰਿਹਾ ਆ, ਮਾਲੀ ਕਹੇਗਾ ਮੇਰੇ ਪੌਦਿਆਂ ਲਈ ਪੈ ਰਿਹਾ ਆ, ਮੇਰੇ ਬੂਟਿਆਂ ਲਈ ਪੈ ਰਿਹਾ, ਮੇਰੇ ਬਾਗ ਲਈ ਪੈ ਰਿਹਾ। ਕੋਈ ਹੋਰ ਸ਼ਖਸ, ਕੋਈ ਵਪਾਰੀ ਸੱਜਣ, ਕੋਈ ਹੋਰ ਕਹੇਗਾ ਹਾਂ ਪਈਏ ਮੇਰੇ ਕਾਰੋਬਾਰ ਦੇ ਇਜ਼ਾਫੇ ਵਾਸਤੇ ਪੈ ਰਿਹਾ ਹੈਗਾ। ਪਰ ਇੱਥੇ ਬਾਬਾ ਜੀ ਬਿਆਨ ਕਰਦੇ ਕਿ ਐਕਚੁਅਲ ਲੈਵਲ ਤੇ ਬੰਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂਦਰ ਸੁਣੀ ਪੁਕਾਰ। ਉਹ ਬੰਬੀਹੇ ਨੇ ਜਿਹੜਾ ਪੀਹੂ ਪੀਹੂ ਕੂਕਿਆ ਆ, ਉਹਦੀ ਪੁਕਾਰ ਦਰਗਾਹ ਚਲੀ ਗਈ। ਤੁਸੀਂ ਦਰਗਾਹੀ ਪੁਕਾਰ ਨੂੰ ਸੁਣ ਕੇ ਰੱਬ ਜੀ ਨੇ ਹੁਕਮ ਕੀਤਾ, ਮੇਘਿਆ ਨੂੰ ਫਰਮਾਨ ਹੋਇਆ, ਉਹਨੂੰ ਫਰਮਾਨ ਹੋ ਗਿਆ ਚੱਲ ਵਸ ਜਾ ਕੇ। ਐਕਚੁਅਲੀ ਇਹ ਬੰਬੀਹੇ ਨੂੰ ਤ੍ਰਿਪਤ ਕਰਨ ਵਾਸਤੇ, ਉਹਦੇ ਵਾਸਤੇ ਬਸ ਵਰਸ ਰਿਹਾ ਹੈਗਾ ਸਾਰੇ ਦਾ ਸਾਰਾ ਮੀਂਹ। ਹੁਣ ਇਹ ਮੈਟਾਫੋਰ ਹੀ ਐਕਚੁਅਲ ਦੇ ਦੇਖਿਆ ਜਾਏ ਤੇ, ਪਰ ਰਿਐਲਿਟੀ ਦੇ ਵਿੱਚ ਦੇਖਾਂਗੇ ਸਾਡੇ ਸੰਸਾਰੀ ਧਰਤੀ ਦੇ ਇਹਨਾਂ ਸਾਰੇ ਸੋਰਸਿਸ ਦੇ ਵਿੱਚ ਇੱਕ ਹੁਕਮ ਵਰਤਦਾ ਆ। ਉਸ ਹੁਕਮ ਨੂੰ ਵਰਤਾਉਂਦਾ ਵੀ ਉਹ ਆਪ ਹੈ, ਖੇਡ ਹੈ। ਪਰ ਜਿਹੜੀ ਇਹ ਸਾਰੀ ਕਾਇਨਾਤ ਦੇ ਵਿੱਚ ਜਿਵੇਂ ਜਿਵੇਂ ਕਿਸੇ ਚੀਜ਼ ਨੂੰ ਅਸੀਂ ਵਾਪਰਦਾ ਹੋਇਆ ਵੇਖਣਾ ਚਾਹੁੰਦੇ ਹਾਂ, ਜਿਵੇਂ ਅਸੀਂ ਕਿਸੇ ਚੀਜ਼ ਨੂੰ ਹੁੰਦਾ ਹੋਇਆ ਵੇਖਣਾ ਚਾਹੁੰਦੇ ਹਾਂ, ਕਰਤਾਰ ਇਤਨਾ ਕੁ ਨਵਾਜ਼ਿਸ਼ ਕਰਨ ਵਾਲਾ ਆ, ਉਸ ਤਰੀਕੇ ਨਾਲ ਸਾਨੂੰ ਉਹ ਅਲਾਓ ਕਰ ਦਿੰਦਾ ਆ। ਬਾਣੀ ਇਹ ਕਹਿੰਦੀ ਹੈ ਕਰਦਾ ਉਹ ਹੀ ਹੈ, ਪਰ ਕਿਤੇ ਨਾ ਕਿਤੇ ਸਾਡੀ ਇੱਛਾ ਨੂੰ ਫਲ ਲੱਗਦਾ ਆ, ਸਾਡੇ ਮਨੋਵੇਗ ਨੂੰ ਫਲ ਲੱਗਦਾ ਆ। ਫਿਰ ਬੰਦਾ ਕਈ ਵਾਰੀ ਇਹ ਵੀ ਕਹਿੰਦਾ ਆ, ਅੱਛਾ ਜੇ ਮੇਰੇ ਮਨ ਦੀ ਇੱਛਾ ਨੂੰ ਫਲ ਲੱਗ ਰਿਹਾ ਹੈ ਤੇ ਫਿਰ ਭਾਈ ਮੇਰੀਆਂ ਤੇ ਬੜੀਆਂ ਇੱਛਾਵਾਂ ਨੇ, ਉਹਨਾਂ ਨੂੰ ਫਲ ਕਿਉਂ ਨਹੀਂ ਲੱਗ ਰਿਹਾ? ਇਹਦੇ ਫਿਰ ਅੱਗੇ ਕਈ ਰੂਪ ਬਿਆਨ ਕੀਤੇ ਜਾਂਦੇ ਨੇ। ਪਹਿਲਾ ਰੂਪ ਤੇ ਇਹ ਹੈ, ਮੈਨੂੰ ਖੁਦ ਨੂੰ ਹੀ ਪਤਾ ਨਹੀਂ ਮੇਰੀ ਇੱਛਾ ਕੀ ਹੈ। ਬੰਦਾ ਬਹੁਤ ਕਨਫਿਊਜ਼ ਆ। ਮੇਰੀਆਂ ਇੱਛਾਵਾਂ ਸਵੇਰ ਤੋਂ ਸ਼ਾਮ ਤੱਕ ਹਜ਼ਾਰਾਂ ਬਣਦੀਆਂ, ਹਜ਼ਾਰਾਂ ਟੁੱਟ ਜਾਂਦੀਆਂ, ਕੋਈ ਇੱਕ ਇੱਛਾ ਮੇਰੀ ਰਹਿੰਦੀ ਨਹੀਂ। ਜਿਹੜੀ ਕੋਈ ਇੱਕ ਇੱਛਾ ਹੁੰਦੀ ਵੀ ਹੈ, ਉਹਦੇ ਪਿੱਛੇ ਜਿਹੜੇ ਰੂਟਸ ਨੇ ਮੈਨੂੰ ਉਹਨਾਂ ਦਾ ਕੋਈ ਅਹਿਸਾਸ ਨਹੀਂ ਗਾ, ਕਿੱਥੋਂ ਆ ਰਹੇ ਨੇ, ਕੀ ਇਨਫਲੂਐਂਸ ਇਹਦੇ ਪਿੱਛੇ, ਕਿੱਥੋਂ ਮੈਂ ਇਹ ਇਨਫੋਰਮੇਸ਼ਨ ਜਨਰੇਟ ਕੀਤੀ ਹੈ, ਕੀ ਹਾਲਤ ਕੀ ਹੈ ਸਾਰੇ ਦੀ ਸਾਰੀ। ਅਸੀਂ ਜੋ ਕੁਝ ਐਕਿਊਮੂਲੇਟ ਕਰਦੇ ਹਾਂ ਆਪਣੇ ਅੰਦਰ, ਇਕਵਾਇਰ ਕਰਦੇ ਹਾਂ ਉਸ ਤਰੀਕੇ ਦੇ ਨਾਲ, ਇਹ ਸਾਰੀ ਚੀਜ਼ ਜਿਹੜੀ ਹੈ ਇਹ ਕਿਤੇ ਇਨਫਲੂਐਂਸ ਵਿੱਚੋਂ ਆ ਰਹੀ ਹੈ, ਕਿਤੇ ਜਿਹੜੀ ਥੋੜ੍ਹੀ ਬਹੁਤੀ ਟੁੱਟੀ ਭੱਜੀ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਉਸ ਪਾਸਿਓਂ ਆ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਨਾਲ ਜਨਰੇਟ ਹੋਈ ਜਾਂਦੀਆਂ, ਅਤੇ ਫਿਰ ਬੰਦਾ ਉਹਨਾਂ ਨੂੰ ਆਪਣੀਆਂ ਇੱਛਾਵਾਂ, ਆਪਣੀਆਂ ਚਾਹਤਾਂ, ਆਪਣੀਆਂ ਖਾਹਿਸ਼ਾਂ ਬਣਾ ਲੈਂਦਾ, ਅਤੇ ਫਿਰ ਕਈ ਵਾਰੀ ਉਹਨਾਂ ਵਿੱਚ ਤੰਗ ਹੁੰਦਾ। ਇਹ ਸਭ ਚੀਜ਼ਾਂ ਬਾਬਾ ਜੀ ਬਿਆਨ ਕਰਦੇ, ਹਕੀਕੀ ਰੂਪ ਦੇ ਵਿੱਚ ਬੰਦੇ ਕੁਦਰਤੀ ਨਿਜ਼ਾਮ ਦੇ ਵਿੱਚ ਚੀਜ਼ਾਂ ਵਾਪਰਦੀਆਂ ਨੇ, ਅਤੇ ਕੁਦਰਤੀ ਨਿਜ਼ਾਮ ਦੇ ਵਿੱਚ ਹੀ ਤੇਰੇ ਅੰਦਰ ਦੀ ਮਨ ਦੀ ਦੁਨੀਆ ਵੀ ਸਿਰਜੀ ਜਾਂਦੀ ਹੈ। ਜੇ ਤੂੰ ਵਾਕਿਆ 'ਚ ਕਿਸੇ ਹਾਇਰ ਲੈਵਲ ਦੇ ਮਨੋਦਸ਼ਾ ਨੂੰ ਮੰਨਣਾ ਚਾਹੁੰਦਾ ਹੈ, ਇਹ ਵੀ ਕਰਤਾਰ ਨੇ ਪੋਸੀਬਿਲਿਟੀ ਪਾਈ ਹੈ, ਜਿੱਥੇ ਬਾਕੀ ਸਭ ਪਾਇਆ ਹੈ। ਇੱਥੇ ਗੁਰੂ ਬਾਬਾ ਜੀ ਬਿਆਨ ਕਰਦੇ, ਅਬਿਚਲ ਨਗਰ ਗੋਬਿੰਦ ਗੁਰੂ ਕਾ। ਗੋਬਿੰਦ ਜਿਹਦੇ ਤੱਕ ਰਸਾਈ ਗੁਰੂ ਦੇ ਜ਼ਰੀਏ ਹੋ ਸਕਦੀ ਹੈ, ਜੋ ਗੁਰ ਗਿਆਨ ਗ੍ਰਹਿ ਧਾਤ ਤੋਂ ਬਣੀ ਹੋਈ, ਜਿਹਨੂੰ ਰੋਸ਼ਨ ਦਿਮਾਗ, ਅਸੀਂ ਕੱਲ੍ਹ ਵੀ ਵਿਚਾਰ ਕਰਦੇ ਜਿੱਥੇ ਪਹੁੰਚ ਸੀ ਇਨਲਾਈਟਮੈਂਟ ਦੀ ਗੱਲ ਕਰਦੇ ਹਾਂ, ਜਿੱਥੋਂ ਤੱਕ ਅਸੀਂ ਪਹੁੰਚਣਾ ਆ, ਉਹ ਮਨੋਦਸ਼ਾ ਅਬਿਚਲ ਉਹ ਅਸੀਂ ਪ੍ਰਾਪਤ ਕਰ ਸਕਦੇ ਹਾਂ। ਅਤੇ ਉਹ ਨਾਮ ਜਪਤ ਸੁਖ ਪਾਇਆ ਰਾਮ, ਅਤੇ ਉਸ ਦਸ਼ਾ ਵਿੱਚ ਜਾ ਕੇ ਜਿਹੜਾ ਬਹੁਤ ਡੀਪ ਬਲੀਵ ਆ ਜਾਂਦਾ ਬੰਦੇ ਦੇ ਵਿੱਚ, ਉਹ ਹੈ ਕਿ ਅਸਲ ਸੁੱਖ ਨਾਮ ਤੇ ਨਾਮੀ ਦੇ ਵਿੱਚ ਜਾ ਕੇ ਹੈ। ਅਦਰਵਾਈਜ਼ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਸ਼ਬਦ ਪੜ੍ਹੀਏ, ਸੁਖ ਨਾਹੀਂ ਬਹੁਤਾ ਤਨ ਖਾਟੈ, ਸੁਖ ਨਾਹੀਂ ਪੇਖੈ ਨਿਤ ਨਾਟੈ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਜਿਸ ਮਨੋਦਸ਼ਾ ਨੂੰ ਬੰਦਾ ਲੱਭ ਰਿਹਾ ਹੈ ਵੀ ਇਹੋ ਜਿਹੀ ਦਸ਼ਾ ਮਿਲ ਜੇ, ਮੈਨੂੰ ਇੱਥੋਂ ਸੁੱਖ ਮਿਲੇ, ਇੱਥੋਂ ਸੁੱਖ ਮਿਲੇ, ਬਾਬਾ ਜੀ ਕਹਿੰਦੇ ਇਹ ਨਾਮ ਜਪਤ ਸੁਖ ਪਾਇਆ। ਇਹਦੇ ਕਰਕੇ ਬੰਦੇ ਦੇ ਜੀਵਨ ਦੇ 'ਚ ਇੱਕ ਟਿਕਾ, ਅਤੇ ਅਬਿਚਲ ਦਾ ਜਿਹੜਾ ਬਿਲਕੁਲ
ਆਪੋਜ਼ਿਟ ਵੀ ਹੈਗਾ, ਉਹ ਹੈਗਾ ਚੰਚਲ, ਨਾ ਟਿਕਿਆ ਹੋਇਆ। ਜਿੰਨਾ ਅਸੀਂ ਅੰਦਰੋਂ ਅਸਥਿਰ ਹੋਵਾਂਗੇ, ਮਤਲਬ ਜਿਹਨੂੰ ਕਹਾਂਗੇ ਕਿ ਜਿੱਥੇ ਮਾਈਂਡ ਵਾਂਡਰਿੰਗ ਹੋ ਰਹੀ ਹੈ, ਜਿੱਥੇ ਬੰਦੇ ਦੇ ਅੰਦਰ ਦੀ ਕਨਫਿਊਜ਼ਨ ਇਤਨੀ ਜ਼ਿਆਦਾ ਵਧੀ ਪਈ ਹੈ, ਮੈਡਨੈਸ ਹੋਈ ਪਈ ਹੈ, ਉੱਥੇ ਕਿਸ ਚੀਜ਼ ਦਾ ਆਰਾਧਨ ਹੋਏਗਾ? ਉੱਥੇ ਆਰਾਧਨ ਵੀ ਪੀੜਾ ਦਾ, ਤਕਲੀਫ ਦਾ, ਸ਼ਿਕਾਇਤ ਦਾ, ਇਹਨਾਂ ਚੀਜ਼ਾਂ ਦਾ ਹੋਏਗਾ। ਨਾਮ ਇੱਕ ਗ੍ਰੈਟੀਟਿਊਡ ਸ਼ੋਅ ਕਰਨ ਵਾਲੀ ਗੱਲ ਹੈ। ਨਾਮ ਇੱਕ ਸ਼ੁਕਰਗੁਜ਼ਾਰੀਅਤ ਦੇ ਰੰਗ ਦੀ ਬਾਤ ਹੈ। ਗੁਰੂ ਬਾਬਾ ਜੀ ਕਹਿੰਦੇ ਜਿਵੇਂ ਆ ਮਾਨਸਿਕ ਦਸ਼ਾ ਇਸ ਕਿਸਮ ਦੀ ਬਣੀ, ਨਾਮ ਜਪਤ ਸੁਖ ਪਾਇਆ ਰਾਮ, ਫਿਰ ਕਿਆ ਮਨ ਇੱਛੇ ਸੇ ਹੀ ਫਲ ਪਾਏ। ਮਨ ਇੱਛੇ ਸੇ ਹੀ ਫਲ ਪਾਏ, ਜੋ ਮਨ ਦੀਆਂ ਇੱਛਾਵਾਂ ਉਹ ਫਲ ਪ੍ਰਾਪਤ ਹੋ ਗਏ। ਕਰਤਾ ਆਪ ਵਸਾਇਆ ਰਾਮ। ਤੇ ਇਹ ਜਿਹੜਾ ਨਗਰ ਆ, ਇਹ ਕਰਤੇ ਨੇ ਖੁਦ ਵਸਾਇਆ ਹੈ। ਹੁਣ ਕਰਤੇ ਨੇ ਖੁਦ ਵਸਾਇਆ ਹੈ ਨਗਰ। ਭਾਈ ਗੱਲ ਇਹ ਹੈ, ਸਾਡੀ ਹੀ ਖਾਹਿਸ਼ ਨੂੰ, ਇੱਛਾ ਨੂੰ ਫਲ ਲੱਗਦਾ ਆ। ਅਮਰੀਕਾ ਜਿਵੇਂ ਲਾ ਆਫ ਅਟਰੈਕਸ਼ਨ ਲੋਕੀ ਕਾਫੀ ਸਮੇਂ ਤੋਂ ਪੜ੍ਹਾ ਰਹੇ ਨੇ, ਬੜੇ ਵੱਡੇ ਲੈਵਲ 'ਤੇ ਦੇ ਫੋਲੋਵਰ ਵੀ ਤੁਹਾਨੂੰ ਮਿਲ ਜਾਣਗੇ। ਜਾਂ ਅੱਜ ਕੱਲ੍ਹ ਤੇ ਨਵੇਂ ਹੋਲਿਸਟਿਕ ਹੀਲਿੰਗ ਪ੍ਰੋਗਰਾਮ ਦੇ ਵਿੱਚ ਕੰਪੋਨੈਂਟਸ ਲੋਕੀ ਫੋਲੋ ਕਰਦੇ ਨੇ, ਜਿਨ੍ਹਾਂ ਦੇ ਵਿੱਚ ਐਨਰਜੀ ਹੀਲਿੰਗ ਦਾ ਇੱਕ ਬੜਾ ਵੱਡਾ ਲੈਵਲ ਆ ਰਿਹਾ ਹੈਗਾ। ਹੁਣ ਐਨਰਜੀ ਹੀਲਿੰਗ 'ਤੇ ਜਿਵੇਂ ਉਹ ਰੇਕੀ ਵਗੈਰਾ ਅਤੇ ਉਹ ਸਾਰਾ ਇੱਕ ਟੂਨੇ ਟਪਾਰ ਜੀ ਤਰ੍ਹਾਂ ਦੀ ਚੀਜ਼ ਆਉਂਦੀ ਸੀ, ਅਤੇ ਉਹ ਹੈ ਇੱਕ ਸੋਲਿਡ, ਬਿਲਕੁਲ ਸਾਇੰਟੀਫਿਕ ਸਾਈਡ ਤੋਂ ਅਪਰੋਚ ਆ ਰਹੀ ਹੈ। ਹੁਣ ਉਹਦੇ 'ਚ ਆਪਾਂ ਜੇ ਦੇਖਦੇ ਹਾਂ ਤੇ ਇਹ ਬਾਤ ਮੰਨੀ ਜਾ ਰਹੀ ਹੈ ਕਿ ਮਨ ਜਿਹੜਾ ਆ ਇਹ ਵੇਗ ਸਿਰਜਦਾ ਹੈ। ਵੇਗ ਮੀਨ ਫਲੋ। ਹੁਣ ਉਹ ਫਲੋ ਦਾ ਬਾਤ ਇਹ ਹੈ, ਇਹਨੂੰ ਬਹੁਤ ਸਰਲ ਕਰਾਂ ਜੇ ਮੈਂ ਉਸ ਰੂਪ ਵਿੱਚ। ਇੱਕ ਸ਼ਖਸ ਹੈ, ਆਪਣੇ ਕਿਸੇ ਪਰਿਵਾਰਕ ਮੈਂਬਰ ਬਾਰੇ ਕਿਸੇ ਧਾਰਮਿਕ ਸਥਾਨ 'ਤੇ ਅਰਦਾਸ ਕਰਨ ਗਿਆ ਵੀ ਕਰਤਾਰ, ਮੇਰਾ ਜਿਹੜਾ ਹੈ ਘਰ ਦਾ ਬੱਚਾ ਆ, ਮੇਰਾ ਭੈਣ ਭਰਾ ਆ ਕੋਈ, ਇਸ ਨੂੰ ਤੌਫੀਕੀਅਤ ਦਈ, ਵਿਦਿਆ ਦਈ, ਇਸ ਨੂੰ ਜਿਹੜਾ ਹੈਗਾ ਇਹਨੂੰ ਹੈਲਦੀ ਬਣਾਈ, ਇਹਦਾ ਕੈਰੀਅਰ ਚੰਗਾ ਹੋਏ, ਇਹਦੀ ਲਾਈਫ ਪ੍ਰੋਸਪਰ ਹੋਏ। ਤਾਂ ਇਸ ਕਿਸਮ ਦੀਆਂ ਚੀਜ਼ਾਂ ਉਹ ਮੰਗ ਰਿਹਾ। ਇਨ ਡੀਪ, ਬੜੇ ਗਹਿਰੇ ਤਲ 'ਤੇ ਕਿਤੇ ਮਨ ਵਿੱਚੋਂ ਇਹ ਆਵਾਜ਼ ਆ ਰਹੀ, ਜਿਹਨੂੰ ਅਸੀਂ ਗਟ ਫੀਲਿੰਗ ਵੀ ਕਹਿੰਦੇ ਹਾਂ ਕਈ ਵਾਰੀ। ਆਪ ਅਹਿਸਾਸ ਕਰੋ, ਸਾਡਾ ਜਿਹੜਾ ਦਿਮਾਗ ਹੈ ਨਾ, ਇਹ ਸਾਡੇ ਗਟ ਨੂੰ, ਸਾਡੇ ਦਿਲ ਨੂੰ, ਸਾਡੇ ਇਨਰ ਇਨਸਟਿੰਕਟ ਨੂੰ, ਸਾਇੰਟੀਫਿਕਲੀ ਰਿਸਰਚ ਹੈ, ਲੈਸ ਦੈਨ 20% ਪ੍ਰਭਾਵਿਤ ਕਰਦਾ ਹੈ। ਲੈਸ ਦੈਨ 20%। ਜਿਹੜਾ ਸਾਡਾ ਬ੍ਰੇਨ ਆ, ਇਸ ਨੂੰ ਸਾਡਾ ਗਟ, ਸਾਡਾ ਇਨਰ ਇਨਸਟਿੰਕਟ, ਇਹ 80% ਪ੍ਰਭਾਵਿਤ ਕਰਦਾ। ਕਿਉਂਕਿ ਜਿਹੜਾ ਦਿਮਾਗ ਆ, ਉਹ ਇੱਕ ਲੈਵਲ 'ਤੇ ਜਾ ਕੇ ਉਹਨੂੰ ਪਤਾ ਲੱਗ ਜਾਂਦਾ ਹੈ ਆਹ ਗੱਲ ਠੀਕ ਹੈ। ਕਿਉਂਕਿ ਉਹ ਜਿਹੜੀ ਫੀਲਿੰਗ ਆ, ਉਹ ਜਿਹੜੀ ਉਹ ਚੀਜ਼ ਆ ਰਹੀ ਹੈ, ਉਹ ਬਿਲਕੁਲ ਸਹੀ ਆ ਰਹੀ ਹੈ ਸਰਫੇਸ 'ਤੇ। ਬੰਦਾ ਇੱਕ ਬਣੇ ਹੋਏ ਵਿਹਾਰ ਦੇ ਵਿੱਚ, ਇੱਕ ਸਿੱਖੀ ਹੋਈ ਚੀਜ਼ ਵਿੱਚ, ਕਿਉਂਕਿ ਇਹ ਸਾਡਾ ਐਕਚੁਅਲੀ ਜਿਹੜਾ ਹੈ, ਅਸੀਂ ਇਹ ਇੱਕ ਸਿੱਖਿਆ ਹੋਇਆ ਵਰਚੂ ਹੈ। ਧਾਰਮਿਕ ਤੌਰ 'ਤੇ ਅਰਦਾਸ ਕਰਨੀ, ਪ੍ਰਾਰਥਨਾ ਕਰਨੀ। ਗੁਰਬਾਣੀ ਵਾਰ-ਵਾਰ ਕਹਿੰਦੀ ਹੈ, ਮਨੋਂ ਕਰ, ਵਿਖਾਵੇ ਲਈ ਨਾ ਕਰ। ਦੇਖਾ ਦੇਖੀ ਸਭ ਕਰੈ, ਮਨ ਮੁਖ ਬੂਝ ਨਾ ਪਾਏ। ਤੈਨੂੰ ਬੁਝਾਰਤ ਬੁੱਝੀ ਨਹੀਂ ਜਾਣੀ ਕਦੇ ਵੀ। ਇੱਕ ਦੇ ਪਿੱਛੇ ਦੂਜਾ ਲੱਗ ਗਿਆ, ਦੂਜੇ ਪਿੱਛੇ ਤੀਜਾ, ਤੈਨੂੰ ਪਤਾ ਵੀ ਹੈ ਤੂੰ ਕੀ ਕਰ ਰਿਹਾ। ਇਹ ਤੇ ਬਚਨ ਹੈ ਨਹੀਂ, ਪਾਠ ਪੜ੍ਹਿਓ ਔਰ ਭੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਕਿਸੇ ਨੂੰ ਵੇਖ ਕੇ ਕਰਨ ਲੱਗ ਗਿਆ, ਨਾ, ਖੁਦ ਸੋਚ ਕਿਉਂ ਕਰ ਰਿਹਾ। ਮੈਨੂੰ ਯਾਦ ਆ, ਮੈਂ ਅਕਸਰ ਇਸ ਤਰੀਕੇ ਦੀ ਬਾਤ ਜਿਹੜੀ ਪ੍ਰੈਕਟੀਕਲ ਹੁੰਦੀ ਸ਼ੇਅਰ ਕਰਦਾ ਹਾਂ। ਅਸੀਂ ਇੱਥੇ ਬੱਚਿਆਂ ਦਾ ਗਰੁੱਪ ਰਨ ਕਰਦੇ ਸੀਗੇ, ਅਤੇ ਪੇਰੈਂਟਸ ਨੇ ਕਈ ਵਾਰ, ਅਸੀਂ ਐਕਚੁਅਲੀ ਸੀਗੇ ਤੇ ਗੁਰਮਤਿ ਰਿਲੇਟਡ ਸਾਡਾ ਕੋਈ ਡਿਸਕਸ਼ਨ ਗਰੁੱਪ ਚੱਲਦਾ ਸੀ ਆਲਮੋਸਟ। ਅਤੇ ਪੇਰੈਂਟਸ ਨੇ ਕਈ ਵਾਰ ਕਹਿਣਾ, ਭਾਈ ਸਾਹਿਬ ਸਾਡੇ ਵੀ ਕੁਝ ਕੰਸਰਨ ਨੇ, ਵੀ ਰੀਅਲੀ ਵਾਂਟ ਟੂ ਡਿਸਕਸ ਸਮਥਿੰਗ। ਮੇਰੇ ਕੋਲ ਇੱਕ ਬੜੇ ਸਾਡੇ ਹਾਈਲੀ ਐਜੂਕੇਟਡ ਸਾਈਕੋਲੋਜਿਸਟ ਹੈਗੇ ਨੇ, ਅਤੇ ਉਹ ਵਿਜ਼ਿਟ ਕਰਨ ਲਈ ਆਏ। ਅਤੇ ਮੈਂ ਕਿਹਾ ਵੀ ਟੂਡੇ ਇਜ਼ ਦ ਗੁੱਡ ਟਾਈਮ ਐਕਚੁਅਲੀ, ਔਰ ਯੂ ਕੈਨ ਸੇ we should use this opportunity. Then I invite all parents and
insisted them, okay, Bhai Sahib is here. So use his presence. Whatever questions you have in your mind, today you can ask and he can answer. क्योंकि एजुकेशनल साइकोलॉजिस्ट है ना, गुरमत वाले पासों भी आ रहे हैं. बड़े उत्थे सवाल जवाब होए. उत्थे एक सिंपल सवाल एक मापे ने किया, बिल्कुल आम माँ बाप वर्गा सवाल है कि भाई साहब साडी इहदे च हैल्प करो कि असीं ना बच्चिआं नूं वध तों वध बाणी पढ़ा सकीए. ये दसो भी बच्चों नूं बाणी नाल किवें जोड़ीए, किवें अंगेज करिए, इहदा कोई तरीका दसो. भाई साहब कहंदे भी ठीक है, तुहाडा सवाल है तो तुसीं मैनूं ये सवाल कीता, डेफिनेटली मेरी जॉब है जवाब देना, मैं जवाब देंगा. पर इस सवाल का जवाब देने तो पहला मैं थोड़ा जिहा होर मतलब इस सवाल नूं डिग डाउन करना चाहांगा. जे तुसीं अलाउ करो तो मैं तुहानूं कुछ पुछ सकदा? वो कहंदे जी दसो. कहंदे भी तुसीं बाणी पढ़ाउणा क्यों चाहुंदे हो? मेरा सवाल ये है, तुसीं बाणी नाल एसोसीएशन क्यों बनाउणा चाहुंदे हो? उन्हां दी वो पेरेंट्स बेचारे बड़े ऑनेस्ट सीगे. वो कहंदे जी भाई साहब गल ये है, सारे कहिंदे ने, सारे इस तरह दसदे ने सानूं, असीं कहा भी सानूं भी एवें करना चाहिए. दैट इज़ एक्चुअली साडा जिहड़ा है लर्निंग पॉइंट है इत्थे. वो कहंदे ठीक है, ये गल ठीक है तुहाडी भी, सारे कहिंदे, तुसीं भी कहण लगे. पर सोच के देखो, जे कोई चीज़ मैनूं चंगी मिली, मेरा उहदे जीवन ते प्रभाव पिया, मेरे जीवन ते उहदा प्रभाव पिया, मैनूं कोई प्राप्ति हुई, तो मैं उहदे विचों अपने बच्चे नूं, अपने नेबर नूं, अपने गुआंढी नूं दसां उहदा फायदा आया उस रूप दे विच. ठीक गल है. पर इहदे नाल दी नाल मेरे नेबर नूं, मेरे गुआंढी नूं, मेरे घर दे मैंबर नूं जो उहदा फायदा आप दिसना शुरू हो जाए, वो मैनूं पुछेगा भाई तेरी सेहत बड़ी ठीक हो गई है, की करदा है? नाउ डेज यू फील वेरी लाइट, वेरी हैप्पी. व्हाट्स गोइंग ऑन? तेरी वर्क परफॉर्मेंस बड़ी बैटर हो गई है, तेरा मूड बड़ा वधिया रहिंदा है. की गल है, बड़े अजकल खुश रहिंदे हो, चक्कर की अज की हो रहा? फिर तुहानूं तुसीं जवाब दिंदे हो भाई पता की गल होई, आप मैं एक्टिविटी करन लग गया, आ चीज़ करन लग गया. इस तरह इज बाणी हैपनिंग इन दैट वे? इफ इट्स हैपनिंग then definitely you don't have to say something. लोग अपने आप उस पासे आउणगे, वो चीज़ करनगे. हुण ये एहसास जिहड़ा आ एक्चुअल लैवल ते साडा गट, साडी अंदर दी इनर इंस्टिंक्ट दी जिहड़ी फीलिंग है सारे दी सारी, वो इनवॉल्व होंदी है साडे नाल. असीं कई बारी उस वॉइस नूं, उस आवाज़ नूं या दबा दिंदे आ, प्रेस कर दिंदे आ, या अवॉइड कर दिंदे आ. सही रूप में क्या जाए तो साडा सिमरन वो बनता है. फिर ये भी सच्चाई है, जिन्ने तुसी सचियार होवोगे, ऑनेस्ट होवोगे, सच दे बहुत नेड़े जाओगे, तुहाडी वो इनर फीलिंग जिहड़ी है ਜਦੋਂ ਤੁਸੀਂ ਉਹਨੂੰ ਮੈਨੀਫੈਸਟ ਹੁੰਦਿਆਂ ਹੋਇਆਂ ਦੇਖੋਗੇ, ਉਹਦਾ ਪ੍ਰਭਾਵ ਵਾਕਿਆ 'ਚ ਆਲੇ ਦੁਆਲੇ ਤੇ ਸਹੀ ਰੂਪ ਵਿੱਚ ਵਾਪਰੇਗਾ. ਤੇ ਇਹ ਵੀ ਕਿਹਾ ਗਿਆ ਕਿ ਕੁਦਰਤ ਉਸ ਖਿਆਲ ਨੂੰ, ਉਸ ਰਾਏ ਨੂੰ, ਉਸ ਵਿਚਾਰ ਨੂੰ ਪੂਰੀ ਤਰ੍ਹਾਂ ਉਸੇ ਤਰੀਕੇ ਨਾਲ ਵਾਪਰਨ ਵਾਸਤੇ ਮਦਦ ਕਰਨ ਲਈ ਆ ਜਾਏਗੀ. ਇਹ ਹੈ ਐਕਚੁਅਲ ਬਾਤ ਇਹਦੇ ਵਿੱਚ, ਜਿਹੜੀ ਮੈਂ ਬਾਤ ਕਹਿ ਰਿਹਾ ਸੀਗਾ ਪਹਿਲੇ, ਕਿ ਜਿਹੜਾ ਸਿਮਰਨ ਦਾ ਕੌਨਸੈਪਟ ਆ, ਬੰਦਾ ਅਰਦਾਸ ਕਰਦਾ ਕਿਸੇ ਮੈਂਬਰ ਵਾਸਤੇ ਜਾ ਕੇ ਵੀ ਬਾਬਾ ਇਹਦੀ ਲਾਈਫ ਪ੍ਰੋਸਪਰ ਹੋ ਜਾਏ, ਬਾਬਾ ਇਹ ਕੰਮ ਇਸ ਤਰੀਕੇ ਨਾਲ ਕਰ ਦੀ ਦਾਤਾ. ਅੰਦਰ ਇੱਕ ਆਵਾਜ਼ ਆਉਂਦੀ ਏ, ਇਹਦਾ ਬਣਨਾ ਕੁਛ ਨਹੀਂ ਨਾ, ਇਹ ਫੇਲ ਹੀ ਹੋਏਗਾ, ਇਹਦੀ ਜ਼ਿੰਦਗੀ ਖਰਾਬ ਹੋਏਗੀ. ਬਸ ਉਹ ਜਿਹੜਾ ਉਹ ਸਿਮਰਨ ਹੈ ਉਹ ਫਲੀਭੂਤ ਹੋਏਗਾ, ਕਿਉਂਕਿ ਬੜਾ ਓਨੈਸਟ ਹੈ. ਉਸ ਚੀਜ਼ ਨੂੰ ਬਦਲਣ ਵਾਸਤੇ ਤੁਹਾਨੂੰ ਬਹੁਤ ਕੁਝ ਬਦਲਣਾ ਪਏਗਾ. ਤੁਹਾਨੂੰ ਆਪਣੀ ਜਿਹੜੀ ਸੋ ਕਾਲਡ ਜਜਮੈਂਟਲ ਥਿੰਕਿੰਗ ਹੈ ਪਹਿਲਾਂ ਬਦਲਣੀ ਪਏਗੀ. ਤੁਹਾਨੂੰ ਜਿਹੜੀਆਂ ਬਹੁਤ ਹਾਈ ਐਕਸਪੈਕਟੇਸ਼ਨਸ ਨੇ ਉਹ ਬਦਲਣੀਆਂ ਪੈਣਗੀਆਂ. ਇਹਦੇ ਵਿੱਚ ਕੀ ਹੈ, ਇਹਦੇ ਤੁਹਾਨੂੰ ਲਿਟਰਲੀ ਤੌਰ ਤੇ ਹੁਕਮ ਰਜ਼ਾਈ ਚੱਲਣਾ, ਇਹ ਸੰਕਲਪ ਸਮਝਣਾ ਪਏਗਾ. ਇਹ ਗੁਰੂ ਬਾਬਾ ਜੀ ਬਿਆਨ ਕਰਦੇ ਕਿ ਮਨ ਇੱਛੇ ਸੇ ਹੀ ਫਲ ਪਾਏ, ਕਰਤਾ ਆਪ ਵਸਾਇਆ ਰਾਮ. ਕਰਤਾ ਹੀ ਵਸਾਉਂਦਾ ਉਸ ਸੁਰਤ ਨੂੰ, ਉਸ ਖਿਆਲਾਂ ਦੀ ਪੰਡ ਨੂੰ, ਉਸ ਮਨੋਦਸ਼ਾ ਨੂੰ. ਪਰ ਵਸਾਉਂਦਾ ਉਦੋਂ ਹੈ ਜਦੋਂ ਬੰਦੇ ਨੂੰ ਇਸ ਚੀਜ਼ ਦਾ ਹੋਏ ਕਿ ਮੈਂ ਅਬਿਚਲ ਨਗਰ
ਗੋਬਿੰਦ ਗੁਰੂ ਕਾ ਮੈਂ ਉਹਦਾ ਧਾਰ ਨਹੀਂ ਹੋਣਾ ਹੈ, ਮੈਂ ਨਾਮ ਜਪਤ ਸੁਖ ਪਾਇਆ, ਇਸ ਸਟੇਟ ਆਫ ਮਾਈਂਡ ਨੂੰ ਮੈਂ ਅਰਨ ਕਰਨ ਜਾ ਰਿਹਾ ਹਾਂ। ਇਹੋ ਜਿਹੀ ਸੁਰਤ ਉਹਦੇ 'ਚ ਕਿਤੇ ਨਾ ਕਿਤੇ ਅੰਗੇਜ ਹੋ ਜਾਂਦੀ। ਫਿਰ ਕਿਆ ਕਰਤਾ ਹੈ, ਆਪ ਵਸਾਇਆ ਸਰਬ ਸੁਖ ਪਾਇਆ, ਪੁੱਤ ਭਾਈ ਸਿੱਖ ਵਿਗਾਸੇ। ਹੁਣ ਇਹ ਇੱਕ ਸੋਸ਼ਲ ਲਾਈਫ ਦੀ ਗੱਲ ਹੋ ਰਹੀ ਹੈ, ਫੈਮਿਲੀ ਲਾਈਫ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ। ਜਿਸ ਗੁਰੂ ਸਾਹਿਬ ਕਹਿੰਦੇ ਕਰਤਾ ਹੈ ਆਪ ਵਸਾਇਆ ਸਰਬ ਸੁਖ ਪਾਇਆ, ਜਦੋਂ ਕਰਤਾ ਉਸ ਮਨੋਦਸ਼ਾ ਨੂੰ ਵਸਾ ਦਿੰਦਾ ਹੈ। ਈਵਨ ਅਦਰਵਾਈਜ਼ ਈਵਨ ਅਜੇ ਵੀ ਈਸਟਰਨ ਸਕੂਲ ਆਫ ਥਾਟ ਤੁਸੀਂ ਦੇਖੋਗੇ, ਜਿਹੜਾ ਸਮਾਧੀ ਦਾ ਕੌਨਸੈਪਟ ਹੈ, ਜਿਹੜਾ ਮੈਡੀਟੇਸ਼ਨ ਦਾ ਕੌਨਸੈਪਟ ਆ, ਉਹ ਤੁਹਾਨੂੰ ਫੈਮਿਲੀ ਤੋਂ ਦੂਰ ਕਰ ਰਿਹਾ ਹੈ, ਉਹ ਤੁਹਾਨੂੰ ਸੁਸਾਇਟੀ ਤੋਂ ਦੂਰ ਕਰ ਰਿਹਾ ਹੈ, ਤੁਹਾਨੂੰ ਇੱਕ ਆਈਸੋਲੇਟ ਵਰਚੂ ਵਾਲੇ ਪਾਸੇ ਲੈ ਕੇ ਜਾ ਰਿਹਾ, ਜਿੱਥੇ ਤੁਸੀਂ ਉਸ ਇਕੱਲਤਾ, ਉਸ ਇਕਾਗਰਤਾ, ਉਹਦੇ ਵਿੱਚ ਤੁਸੀਂ ਕਿਸੇ ਕੰਸਨਟ੍ਰੇਸ਼ਨ ਦੇ ਹਾਇਰ ਲੈਵਲ 'ਤੇ ਚਲੇ ਜਾਣਾ ਆ। ਇਹ ਸਾਰੇ ਦੇ ਵਿੱਚੋਂ ਸਪੋਜ਼ ਕੋਈ ਬੰਦਾ ਕਿਸੇ ਸਮਾਧੀ ਦੇ ਰੂਪ ਵਿੱਚ ਚਲਾ ਵੀ ਗਿਆ ਤੇ ਉਹ ਕਹਿੰਦਾ ਕਿ ਮੇਰੀ ਤੇ ਮੈਂ ਤੇ ਕਿਸੇ ਹਾਇਰ ਸਟੇਟਸ ਨੂੰ ਜਿਹੜਾ ਹੈਗਾ ਉਸ ਨੂੰ ਅਰਨ ਕਰ ਲਿਆ। ਗੁਰਬਾਣੀ ਕਹਿੰਦੀ ਹੈ ਇਹ ਰਜੋ ਤਮੋ ਸਦੋ ਤੋਂ ਬਿਨਾਂ ਕੁਝ ਨਹੀਂ ਹੈ, ਇਹ ਤੁਰਿਆ ਨਹੀਂ ਹੈ। ਇਹ ਜਿਹਨੂੰ ਕਿਹਾ ਗੁਰੂ ਅਮਰਦਾਸ ਸਾਹਿਬ ਦੇ ਸ਼ਬਦ ਪੜ੍ਹਦੇ ਹਾਂ, ਏਕਮ ਏਕੈਕਾਰ ਉਪਾਇਆ ਦੁਬਿਧਾ ਦੂਜੀ ਤ੍ਰਿਬਿਧ ਮਾਇਆ, ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾਵਣਿਆ। ਉਹ ਸਚਿਆਰ ਹੋਣ ਵਾਲੀ ਪੌੜੀ ਨਹੀਂ ਹੈ। ਇਹ ਐਕਚੁਅਲ ਲੈਵਲ ਤੇ ਜੀਵਨ ਦੀ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੈ। ਪ੍ਰਾਪਤੀ ਤੇ ਇਹ ਹੈ ਜਿਹਨੂੰ ਸਾਹਿਬ ਇੱਥੇ ਬਿਆਨ ਕਰਦੇ ਨੇ, ਕਰਤਾ ਆਪ ਵਸਾਇਆ ਸਰਬ ਸੁਖ ਪਾਇਆ। ਜਦੋਂ ਇਸ ਚੀਜ਼ ਨੂੰ ਕਰਤੇ ਨੇ ਵਸਾ ਦਿੱਤਾ, ਸਰਬ ਸੁਖ ਪਾਇਆ, ਪੁੱਤ ਭਾਈ ਸਿੱਖ ਵਿਗਾਸੇ। ਫਿਰ ਇੱਥੇ ਪੁੱਤ ਭਾਈ ਸਿੱਖ ਵਿਗਾਸੇ ਮਤਲਬ ਗੁਰੂ ਦੇ ਵਰਸਾਏ ਹੋਏ ਸਾਰੇ ਰਿਸ਼ਤੇ ਜਿਹੜੇ ਨੇ ਉਹਨਾਂ 'ਚ ਖੇੜਾ ਤੇ ਵਿਗਾਸ ਆਏਗਾ, ਉਹਨਾਂ 'ਚ ਚਾਅ ਆਏਗਾ। ਇਹਨੂੰ ਇੱਕ ਹੋਰ ਲੈਵਲ 'ਤੇ ਵੀ ਲੈ ਲੈਣਾ। ਅੱਜ ਬਾਈ ਚਾਂਸ ਅੱਜ ਮੈਂ ਕਿਸੇ ਮੈਂਟਲ ਹੈਲਥ ਦੀ ਕੁਝ ਕੋਰਸਿਸ ਦੇ ਥਰੂ ਜਾ ਰਿਹਾ ਸੀਗਾ, ਕੁਝ ਪਤਾ ਲੱਗ ਰਿਹਾ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਡਿਜ਼ੀਜ਼ ਨੇ ਉਹਨਾਂ ਦਾ ਸਿੱਧਾ ਰਿਲੇਸ਼ਨ ਸਾਡੇ ਸਟ੍ਰੈਸ ਨਾਲ ਹੈ। ਅਤੇ ਇਹ ਬੰਦਾ ਜਿਹੜੀਆਂ ਚੀਜ਼ਾਂ ਬਿਮਾਰੀ ਲਾ ਰਹੀਆਂ ਨੇ ਤੁਹਾਨੂੰ, ਤੁਸੀਂ ਇਹੋ ਜਿਹੀ ਚੀਜ਼ ਨੂੰ ਛੱਡ ਕਿਉਂ ਨਹੀਂ ਦਿੰਦੇ? ਖਾਸ ਕਰਕੇ ਸਟ੍ਰੈਸ ਵਗੈਰਾ ਜਿਹੜੀ ਹੁੰਦੀ ਹੈ। ਪਤਾ ਇਹ ਲੱਗਾ ਕਿ ਬੰਦਾ ਕਈ ਵਾਰ ਚੀਜ਼ਾਂ ਅੰਦਰ ਆਪਣੇ ਓਪਰੈਸ ਕਰ ਕਰਕੇ ਰੱਖੀ ਜਾਂਦਾ ਹੈ। ਸਪੋਜ਼ ਉਸਨੂੰ ਉਹ ਪਰਿਵਾਰ ਦੇ ਵਿੱਚ ਨਾ ਐਕਸਟਰਾ ਮਾਈਲ ਜਾ ਕੇ ਕਿਸੇ ਦੀ ਮਦਦ ਕਰਦਾ, ਮਨ ਨਹੀਂ ਕਹਿੰਦਾ ਮਦਦ ਕਰ ਨਾ, ਮਨ ਕਹਿੰਦਾ ਇਹ ਮਦਦ ਦੇ ਕਾਬਲ ਨਹੀਂਗਾ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਰ ਕੋਈ ਨਾ ਕੋਈ ਐਸਾ ਰੀਜ਼ਨ ਹੋ ਸਕਦਾ, ਕੋਈ ਜਿਹਨੂੰ ਸੁਪਰ ਈਗੋ ਕਹਿੰਦਾ, ਸਾਈਮਨ ਫਰਾਇਡ, ਬਾਹਰੋਂ ਪ੍ਰੈਸ਼ਰ ਹੈ, ਸੋਸਾਇਟੀ ਕੀ ਕਹੇਗੀ, ਫਲਾਣਾ ਕੀ ਕਹੇਗਾ, ਜਾਂ ਇੱਕ ਅੰਦਰ ਇੱਕ ਨਸ਼ਾ ਆ। ਨਸ਼ਾ ਇਸ ਗੱਲ ਦਾ ਚੰਗਾ ਬਣਨ ਦਾ, ਮੈਨੂੰ ਚੰਗਾ ਕਿਵੇਂ ਕਿਹਾ ਜਾਏਗਾ। ਹੁਣ ਉਹ ਕੀ ਹੈ, ਅੰਦਰ ਦੀ ਦੁਨੀਆ ਦੇ ਵਿੱਚ ਇੱਕ ਕਸ਼ਮਕਸ਼ ਚੱਲ ਰਹੀ ਹੈ, ਹਲਚਲ ਚੱਲ ਰਹੀ ਹੈ ਬੜੀ ਬੁਰੀ ਤਰ੍ਹਾਂ। ਅੰਦਰੋਂ ਨਾ ਚਾਹ ਰਿਹਾ ਆ, ਬਾਹਰੋਂ ਉਹਦਾ ਵਿਖਾਵਾ ਨਹੀਂ ਕਰ ਸਕਦਾ, ਬਾਹਰੋਂ ਬੜਾ ਖੁਸ਼ ਹੋ ਰਿਹਾ, ਮੈਂ ਬੜਾ ਖੁਸ਼ ਹਾਂ ਕੰਮ ਕਰਕੇ। ਅੰਦਰ ਖਿੱਚ ਚੜ ਰਹੀ ਹੈ, ਕਿਉਂ ਕਰ ਰਿਹਾ, ਮੈਂ ਤਾਂ ਬਿਲਕੁਲ ਕਰਨਾ ਨਹੀਂ ਚਾਹੀਦਾ। ਇਸ ਸਾਰੇ ਐਕਚੁਅਲ ਲੈਵਲ ਤੇ ਜਿਹੜੀ ਸਟ੍ਰੈਸ ਹੈ ਨਾ, ਇਨਰ ਸਟ੍ਰੈਸ ਇੱਥੋਂ ਜਨਰੇਟ ਹੁੰਦੀ ਹੈ। ਸਾਨੂੰ ਨਹੀਂ ਪਤਾ ਲੱਗਦਾ, ਸੋਚਦੇ ਸਟ੍ਰੈਸ ਕਾਹਦੀ ਹੈ। ਜਿਹਨੂੰ ਅਸੀਂ ਕੰਮ ਬਾਰੇ ਕੋਈ ਵਰੀ ਹੋਣੀ ਥੋੜ੍ਹੀ ਬਹੁਤੀ, ਕੋਈ ਫਿਕਰ ਹੋਣਾ, ਸਾਰਾ ਕੁਝ, ਇਹ ਤੇ ਪੋਜ਼ਿਟਿਵ ਸਟ੍ਰੈਸ ਆ। ਇਹ ਤੇ ਤੁਹਾਡੀ ਸਕਿੱਲ ਵਧਾ ਦਿੰਦੀ ਹੈ, ਇਹ ਤੇ ਤੁਹਾਡੀ ਕੰਸਨਟ੍ਰੇਸ਼ਨ ਦਾ ਲੈਵਲ ਵਧਾ ਦਿੰਦੀ ਹੈ, ਇਹ ਤੇ ਤੁਹਾਨੂੰ ਹਾਇਰ ਲੈਵਲ ਤੇ ਲੈ ਆਉਂਦੀ ਹੈ। ਇਸ ਤੋਂ ਜਿਹੜਾ ਐਕਚੁਅਲ ਲੈਵਲ ਤੇ ਨੈਗੇਟਿਵ ਇੰਪੈਕਟ ਹੈ ਉਹ ਇਹ ਹੈ ਕਿ ਬੰਦੇ ਦੇ ਅੰਦਰ ਕੁਛ ਚੱਲ ਰਿਹਾ ਹੈ, ਬਾਹਰ ਉਹ ਕੁਛ ਵਿਖਾ ਰਿਹਾ ਹੈ, ਤੇ ਕਿੰਨੀ ਦੇਰ ਅਲਟੀਮੇਟਲੀ ਜੇ ਲੰਬਾ ਸਮਾਂ ਚੱਲੇਗਾ ਤੇ ਅੰਦਰ ਜਿਹੜੇ ਬਦਲਦੇ ਹੋਏ ਕੈਮੀਕਲਸ ਨੇ ਬਾਹਰ ਦੇ ਨਾਲ ਜਦੋਂ ਉਸ ਤਰੀਕੇ ਨਾਲ ਅੰਗੇਜ ਨਹੀਂ ਹੋਣਗੇ, ਅਲਾਈਨ ਨਹੀਂ ਹੋਣਗੇ, ਬਿਮਾਰੀਆਂ ਜਨਰੇਟ ਹੋਣਗੀਆਂ। ਮੈਂ ਜੇ ਹੁਣੇ ਸਾਡੇ ਇਨਰ ਇਮਿਊਨ ਸਿਸਟਮ ਬਾਰੇ ਗੱਲ ਕਰ ਰਿਹਾ ਸੀਗਾ, ਤੇ ਜਿਹੜਾ ਉਹ ਹੈ ਉਹਦੇ 'ਚ ਅੱਜ ਕਿੰਨੀ ਵੱਡੀ ਅਲਾਮਤ ਹੈ। ਆਪ ਅਹਿਸਾਸ ਕਰੋਗੇ ਕੋਵਿਡ-19 ਪੂਰੀ ਦੁਨੀਆ 'ਚ ਸਟ੍ਰਾਈਕ ਕਰਦਾ ਹੈ, ਤੇ ਵੱਡੇ ਲੈਵਲ ਤੇ ਯੂਰਪ ਤੇ ਨਾਰਥ ਅਮਰੀਕਾ 'ਚ ਮੌਤਾਂ ਹੁੰਦੀਆਂ ਨੇ, ਵੱਡੇ ਲੈਵਲ ਤੇ। ਹੁਣ ਉਹਦਾ ਵੱਡਾ ਕਾਰਨ ਕੀ ਹੈ? ਕਹਿੰਦੇ ਕਿ ਜਿਹੜੀ ਸਾਡੀ ਇਮਿਊਨਿਟੀ ਹੈ ਬੜੀ ਲੋਅ ਹੈ। ਪਰ ਜਿੱਥੇ ਖਾਣ ਲਈ ਅਨਫ ਹੈ, ਜਿੱਥੇ ਹਰ ਚੀਜ਼ ਦੀ ਫੈਸਿਲਿਟੀ, ਜਿੱਥੇ ਵੱਡੇ ਵੱਡੇ ਮਿਊਜ਼ੀਅਮ ਪਾਰਕ ਬਣਾਏ ਨੇ, ਟਿਕਟ ਦਿਓ ਤੇ ਜਿਹੋ ਜਿਹਾ ਮਰਜ਼ੀ ਐਡਵੈਂਚਰ ਇੰਜੋਏ ਕਰੋ, ਜਿੱਥੇ
ट्रैवल करने की कोई रिस्ट्रिक्शन नहीं है, मतलब इंटरनेशनल पासपोर्ट जेबां च पा के लोग घूमते, जिन्हां दी दी करंसी इहो जी बनाई जिहदी एबिलिटी, जिहदी खास करके बाइंग पावर दुनिया के किसी ममालिक तो सब तो वड्डी है। लोग कहिंदे, आप सपोज करो आपने एयर टिकट ही बाय करनी है, नंबर हुंदा है ना, एक पासे नंबर है 1 लाख का, दूसरे पासे नंबर है 1000 1200 1300 का। हुण किहड़ा नंबर तुसीं जिहड़ा लगाउण लग्गिया तुहानूं ज़्यादा तकलीफ होएगी? डेफिनेटली वड्डा नंबर। छोटे नंबर बंदा कहे किहड़ी वड्डी गल है, लै आ जी सारी $2 की है, जिथे $2 की नहीं, जिथे 100 150 की 125 की उत्थे लगा बहुत महंगी 125 150। आ जिहड़ी चीज़ हैगी है उस सिस्टम दे विच, उस जगह दे विच ये हालत ते इम्यूनिटी फिर किवें वीक होगी लोगों की भाई? कुछ स्ट्रैस, कुछ इहो जी चीज़ है। क्योंकि जिन्होंने असीं पोलीटिकल करैक्टनैस भी कह दिंदे आ, ये सच्चाई है। ਵੱਡੇ ਲੈਵਲ ਤੇ ਲੋਕਾਂ ਨੂੰ ਓਪਰੈਸ ਕਰਕੇ ਇੱਕ ਇਹੋ ਜਿਹਾ ਬਿਹੇਵੀਅਰ ਸਿਖਾਇਆ, ਦੱਸਿਆ ਜਾਂਦਾ ਆ ਬਾਹਰੋਂ, ਜਿਹਦੇ 'ਚ ਪੋਲਾਈਟਨੈਸ ਹੈ, ਥੈਂਕ ਯੂ, ਸੌਰੀ, ਐਕਸਕਿਊਜ਼ ਮੀ, ਇਹ ਸਾਰਾ ਕੁਝ। ਅੰਦਰੋਂ ਕੁਝ ਨਹੀਂ ਕਰ ਰਿਹਾ, ਅੰਦਰੋਂ ਕਹਿ ਰਿਹਾ ਕਿਉਂ ਕਹਿਣਾ। ਸਿੱਖਿਆ ਹੋਇਆ ਬਿਹੇਵੀਅਰ ਬੰਦਾ ਆਪਣੇ ਉੱਤੇ ਧੱਕੇ ਨਾਲ ਥੋਪੀ ਜਾ ਰਿਹਾ, ਥੋਪੀ ਜਾ ਰਿਹਾ। ਫਿਰ ਕੀ ਕੀਤਾ ਜਾਏ? ਵਾਈਲਡ ਹੋ ਜਾਈਏ? ਵਾਈਲਡ ਹੋ ਜਾਵਾਂਗੇ ਤੇ ਜਿੱਥੇ ਵਾਈਲਡ ਲੋਕ ਰਹਿੰਦੇ ਨੇ ਉੱਥੇ ਹਾਲਤ ਵੇਖ ਲਓ, ਇਹ ਵੀ ਬਣ ਜਾਏਗੀ ਉਵੇਂ ਦੀ। ਇਹ ਤੇ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ। ਫਿਰ ਕੀ ਕੀਤਾ ਜਾਏ? फिर अंदरों बदलिया जाए। इत्थे फिर स्पिरिचुअलिटी चाहिए बंदे नूं। अविचल नगर गोबिंद गुरु का, ऑनेस्ट होया जाए, वो दसिया जाए अपने आपे नूं, उस लैवल ते एजुकेट किया जाए, समझाया जाए। जिवें सपोज करो गुरु बाबा जी बयान करते, ये है बंदे नूं कई बार लगता ना कि मैं बहुत सैल्फलैस हो गया ना, तो मेरे जिहड़े सैल्फिश इंटरस्ट ने वो फुलफिल नहीं होणगे। बाणी कहंदी सरबत दे भले च तेरा भला होएगा, चित्ते रखी। इस किस्म की जो तालीम, एजुकेशन, माहौल, सोच लगातार अंदर बंदे दे प्रवृत्त होंदी लगी जाएगी, अंदर दी दुनिया फिर बदलेगी, थोड़ी थोड़ी बदलेगी, हौली हौली करके। फिर पता लगेगा जिहड़ी चंगियाई है, जिहड़ी अच्छाई है, ये पेड ऑफ होंदी है। मना तू जो कर रहे हैं अंदरों कर, उसे रूप में अपना ये चीज़ लैके आ। इसनों गुरु बाबा जी ने इत्थे बयान किया है, कहते करता है आप वसाया सर्ब सुख पाया, पुत भाई सिख विगासे। इत्थे फिर रिश्ते नाते विगास प्राप्त करते हैं, खेड़ा प्राप्त करते हैं। आप देखोगे ना समाजां दी सांझ जिहड़ी है, जिहड़े साडे कॉमन इंटरस्ट्स ने उन्हां ते हुंदी है। कॉमन इंटरस्ट दे विच लोकां दी सब तो वड्डे कारोबारी इंटरस्ट हुंदे ने। जिथे बिजनस इंटरस्ट रलते हैं लोग ग्रुप बना लेंदे ने, जिथे लोगों के अपने सैल्फ इंटरस्ट रलते हैं उत्थे कुछ ना कुछ एक तरह के नाल लोगों की आपस में अंगेजमेंट, सांझ बन जाती उस तरीके की। जिथे ये चीज़ नहीं होंदी उत्थे सांझां नहीं रह जाती। जिहड़ी ह्यूमैनिटी की असी वैल बीइंग की गल करते हैं, इनू असी सारे चाहते तो हैगे आ, पर बंदा इहदे उत्ते इकट्ठा ही नहीं हैगा। बंदा तो आप उच्चा होने की बजाय किसी को नीवा विखा के कई बार ज़्यादा खुशी मिलती है। इहदा जिहड़ी इहदी एक्चुअल लैवल ते डैमोस्ट्रेशन आ, मुजाहरीत आ, वो साडे समाजां च कम्यूनिटी लैवल ते तुसीं देखो। बंदा कहिंदा भी कोई गल नहीं, आपां थोड़ी देर भुखे भी रह लांगे, पर किसी कम्यूनिटी नूं थोड़ा किसी ने चंगा उहदी धौण दब्बी है ना, ये गोड्या, ये बड़ी वधिया है। अज दी भारती खित्ते की समस्या जिहड़ी है एक्चुअल आ बन गई है। जिहड़ी असल समस्या आ वो तुसीं करप्शन लै लो, वो तुसीं लोकां दे होर वो सारियां चीज़ां सैकेंडरी हो गई। ईवन दूजे समाजां विच भी इहो हाल है। ये नहीं कोई एक समाज तुसीं लओगे, इस किस्म की चीज़ जिहड़ी है। गुरु बाबा जी बयान करते थे ना भाई, जदों मानसिक दशा बदलेगी फिर एक नवे भाईचारे दे बंदा जाएगा, उहदी बात की गई है। फिर क्या गुण गावै पूर्ण परमेश्वर कारज आया रासे। जदों उस परमेश्वर के गुणां का गायन, तो गुणां का गायन सिर्फ गल्लां बातां नाल नहीं हैगा, ये अमल की उस रूप दे विच आ। फिर होएगा ये कारज आया रासे, जीवन का कारज रास आ जाएगा। जिंदगी जिउणा अपने आप एक अलाही सुख का एक नशे का सबब बनेगा। अगला वचन आ प्रभ आप स्वामी आपे रखा, आप पिता आप माया। बाकी भाई वो आप ही पिता है, आप ही माता है, आप ही सिरजनहार आ। असी तो सिर्फ एक किसी उस स्कूल ऑफ थॉट ਨੂੰ फॉलो करके इस राह ते तुरे जावांगे। करन कराउण वाला वो आप ही है,
ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਇਹ ਥਾਨ ਸੁਹਾਇਆ। हे ਨਾਨਕ, ਇਹ ਗੱਲ ਕਹਿ ਕਿ ਉਸ ਗੁਰੂ ਤੋਂ ਮੈਂ ਬਲਿਹਾਰ ਜਾਣਾ ਜਿਨ ਇਹ ਥਾਨ ਸੁਹਾਇਆ। ਥਾਨ ਜਗ੍ਹਾ ਨੂੰ ਕਿਹਾ ਜਾਂਦਾ ਹੈ, ਪਰ ਫਿਰ ਸਟੇਟ ਆਫ ਮਾਈਂਡ, ਉਸ ਸਪਿਰਿਚੁਅਲ ਕੰਡੀਸ਼ਨ ਦੀ ਜਿਹੜੀ ਪ੍ਰਾਪਤੀ ਦੀ ਬਾਤ ਹੈ, ਮੈਨੂੰ ਹੁਣ ਸੋਭ ਗਈ ਹੈ, ਭਾਵ ਮੈਨੂੰ ਉਹ ਅਪੀਲ ਕਰਦੀ ਹੈ, ਮੈਨੂੰ ਚੰਗੀ ਲੱਗਦੀ ਹੈ। ਸਾਹਿਬ ਰਹਿਮਤ ਕਰਨ ਇਹਨਾਂ ਆਲਮੀ ਵਾਕਿਆਂ 'ਚੋਂ ਸਾਨੂੰ ਵੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਉਹਨਾਂ ਕਿਸਾਨ ਮਾਈ ਭਾਈ ਦੀ ਸਫਲਤਾ ਤੇ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਸਮਾਪਤੀ ਕਰਦੇ ਹਾਂ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ